ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਵਿਚਾਰ ਲੜੀ ਵੀਡੀਓ ਦੀ ਜੋ ਚੱਲ ਰਹੀ ਹੈ ਵਿਚਿੱਤਰ ਨਾਟਕ, ਜਿਸ ਨੂੰ ਦਸਮ ਗ੍ਰੰਥ ਵੀ ਕਹਿੰਦੇ ਨੇ, ਉਹਦੇ ਉੱਤੇ ਹੈ। ਇਹ ਤੀਸਰੀ ਵੀਡੀਓ ਹੈ। ਅੱਜ ਅਸੀਂ ਜਾਣਾਂਗੇ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਗ੍ਰੰਥ ਵਿੱਚ ਕੀ ਲਿਖਿਆ ਹੋਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਬਾਰੇ ਸਾਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕੀ ਦੱਸਦੇ ਹਨ। ਅਗਰ ਕੋਈ ਵੀ ਗੱਲ ਅਜਿਹੀ ਹੋਵੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਹੋਰ ਤਰ੍ਹਾਂ ਦੱਸੀ ਹੋਵੇ ਔਰ ਇਸ ਗ੍ਰੰਥ ਵਿੱਚ ਹੋਰ ਤਰ੍ਹਾਂ ਦੱਸੀ ਗਈ ਹੋਵੇ ਤਾਂ ਸਮਝ ਲੈਣਾ ਕਿ ਜ਼ਰੂਰ ਕੋਈ ਗੜਬੜ ਹੈ, ਕਿਤੇ ਨਾ ਕਿਤੇ ਗਲਤੀ ਹੋਈ ਹੈ ਕਿ ਸਾਡੇ ਆਦਿ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਹੈ ਉਹ ਜੋ ਕੁਛ ਲਿਖ ਕੇ ਗਏ ਨੇ ਉਹ ਸੱਚੋ ਸੱਚ ਹੈ। ਔਰ ਸਭ ਤੋਂ ਵੱਡੀ ਗੱਲ, ਉਹਨਾਂ ਦੀ ਲਿਖਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਸ ਤੋਂ ਇਲਾਵਾ ਸਿੱਖ ਧਰਮ ਦੇ ਨਾਂ 'ਤੇ ਬਹੁਤ ਸਾਰੇ ਗ੍ਰੰਥ ਹੋਂਦ ਵਿੱਚ ਆਏ ਹੋਏ ਨੇ। ਉਹਨਾਂ ਦੀ ਹਰ ਗ੍ਰੰਥ ਦੀ ਸਮੀਖਿਆ ਦੀ ਲੋੜ ਹੈ, ਉਸ ਦੀ ਪੜਚੋਲ ਦੀ ਲੋੜ ਹੈ ਅਤੇ ਅਸੀਂ ਉਸ ਗੱਲ ਨੂੰ ਰੱਖਣਾ, ਉਸ ਗ੍ਰੰਥ ਨੂੰ ਮੰਨਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹੋਵੇ। ਔਰ ਜਿਹੜੀ ਗੱਲ, ਜਿਹੜਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹੋਵੇ, ਹਰ ਸਿੱਖ ਨੇ ਉਸ ਨੂੰ ਰੱਦ ਕਰਨਾ, ਭਾਵੇਂ ਉਹ ਕਿਸੇ ਦੇ ਨਾਂ ਨਾਲ ਵੀ ਜੋੜਿਆ ਗਿਆ ਹੋਵੇ। ਜਿਸ ਗ੍ਰੰਥ ਦੀ ਅਸੀਂ ਵਿਚਾਰ ਕਰਨ ਜਾ ਰਹੇ ਹਾਂ, ਇਹਦੇ ਵਿੱਚ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਇਸੇ ਕਰਕੇ ਅਸੀਂ ਇਸ ਦੀ ਵਿਚਾਰ ਕਰ ਰਹੇ ਹਾਂ। ਫੈਸਲਾ ਸੰਗਤਾਂ ਨੇ ਕਰਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਨਾਲੋਂ ਅਲੱਗ ਭਿੰਨ ਹੋ ਸਕਦੇ ਹਨ। ਆਓ ਅਸੀਂ ਇਸ ਵਿੱਚ ਗ੍ਰੰਥ ਵਿੱਚ ਦੇਖਦੇ ਹਾਂ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਗ੍ਰੰਥ ਕੀ ਕਹਿੰਦਾ। ਪ੍ਰਥਮ ਕਾਲ ਜਬ ਕਰਾ ਪਸਾਰਾ, ਜਦੋਂ ਕਾਲ ਨੇ ਸਭ ਤੋਂ ਪਹਿਲਾਂ ਪਸਾਰਾ ਕੀਤਾ। ਆਮ ਤੌਰ 'ਤੇ ਕੀ ਹੈ, ਸਾਡੇ ਕਥਾਵਾਚਕ, ਸਾਡੇ ਵਿਦਵਾਨ ਆਮ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ। ਜਿੱਥੇ ਕਾਲ ਹੈ ਨਾ, ਉੱਥੇ ਅਕਾਲ ਪੁਰਖ ਉਹਦਾ ਅਰਥ ਕਰਨਗੇ, ਜਦ ਕਿ ਐਸਾ ਕਿਤੇ ਨਹੀਂ ਲਿਖਿਆ ਹੋਇਆ। ਕਾਲ ਲਿਖਿਆ ਅਤੇ ਕਾਲ ਹੀ ਦੱਸੋ, ਕਿਉਂਕਿ ਜੇ ਅਕਾਲ ਪੁਰਖ ਕਰ ਦਿਓਗੇ, ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਗਲਤੀ ਕਰ ਸਕਦੇ ਹਨ, ਨਾ ਅਕਾਲ ਪੁਰਖ ਗਲਤੀ ਕਰ ਸਕਦੇ ਹਾਂ। ਜਿੱਥੇ ਕਾਲ ਲਿਖਿਆ, ਕਾਲ ਦੱਸੋ ਤਾਂ ਪਤਾ ਲੱਗੇਗਾ ਕਿ ਇਹ ਕੀ ਸੱਚਮੁੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਤੋ ਕਾਲ ਲਿਖਿਆ ਹੋਇਆ ਹੈ। ਜਦੋਂ ਕਾਲ ਨੇ ਸਭ ਤੋਂ ਪਹਿਲਾਂ ਪਸਾਰਾ ਕੀਤਾ, ਓਂਕਾਰ ਤੇ ਸ੍ਰਿਸ਼ਟ ਉਪਾਰਾ, ਓਂਕਾਰ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ। ਸਭ ਤੋਂ ਪਹਿਲਾਂ ਕੀ ਹੋਇਆ, ਮੈਂ ਅਰਥ ਹੀ ਦੱਸ ਦਿਆਂਗਾ। ਕਾਲ ਸੈਨ ਨਾਂ ਦਾ ਪਹਿਲਾ ਰਾਜਾ ਹੋਇਆ। 9 ਹੁਣ ਇਸ ਗ੍ਰੰਥ ਦਾ ਲਿਖਾਰੀ ਸਾਨੂੰ ਮੁੜ 'ਚ ਲੈ ਗਿਆ ਕਿ ਸਭ ਤੋਂ ਪਹਿਲਾ ਰਾਜਾ ਜਿਹੜਾ ਕਾਲ ਸੈਨ ਹੋਇਆ। ਨਾਲ ਸਮਝਦੇ ਜਾਣਾ ਕਿ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਏ। ਹੋਰ ਇਹ ਇਸ ਗ੍ਰੰਥ ਦਾ ਲਿਖਾਰੀ ਦੱਸ ਰਿਹਾ ਹੈ ਕਿ ਸਭ ਤੋਂ ਪਹਿਲਾਂ ਕੀ ਹੋਇਆ। ਕਾਲ ਸੈਨ ਨਾਂ ਦਾ ਰਾਜਾ ਪੈਦਾ ਹੋਇਆ, ਜੋ ਅਧਿਕ ਬਲ ਵਾਲਾ, ਅਤੁਲ ਰੂਪ ਵਾਲਾ ਅਤੇ ਅਨੂਪਮ ਸੀ। ਕਾਲ ਕੇਤ ਨਾਂ ਦਾ ਦੂਜਾ ਰਾਜਾ ਕਾਲ ਕੇਤ। ਜਗਤ ਵਿੱਚ ਤੀਜਾ ਰਾਜਾ ਕਰੂਰ ਵਰਸ ਪੈਦਾ ਹੋਇਆ। ਕਾਲ ਤੁਜ ਚੌਥਾ ਰਾਜਾ ਸੁਸ਼ੋਭਿਤ ਹੋਇਆ, ਜਿਸ ਤੋਂ ਜਗਤ ਦਾ ਸਭ ਕੁਝ ਹੋਂਦ ਵਿੱਚ ਆਇਆ। ਮਤਲਬ ਚੌਥੇ ਰਾਜੇ ਤੋਂ ਬਾਅਦ ਵਿੱਚ। ਹੁਣ ਸਮਝਣ, ਸੋਚਣ ਵਾਲੀ, ਵਿਚਾਰਨ ਵਾਲੀ ਗੱਲ ਬੜੀ ਹੀ ਡੂੰਘੀ ਹੈ ਕਿ ਰਾਜਾ ਪ੍ਰਜਾ ਦਾ ਹੁੰਦਾ ਹੈ। ਜਿੱਥੇ ਪ੍ਰਜਾ ਹੁੰਦੀ ਹੈ ਉੱਥੇ ਰਾਜਾ ਹੁੰਦਾ ਹੈ। ਸ੍ਰਿਸ਼ਟੀ ਦੀ ਰਚਨਾ ਹੋਈ ਨਹੀਂ ਹਾਲੇ, ਪ੍ਰਜਾ ਨਹੀਂ ਬਣੀ, ਕੋਈ ਲੋਕ ਨਹੀਂ, ਰਾਜਾ ਇਕੱਲਾ ਹੀ ਰਾਜਾ। ਮੰਨ ਲਓ ਇਹ ਰਾਜਾ ਵੀ ਰੱਬ ਹੀ ਹੋ ਗਿਆ, ਸਿੱਧੀ ਗੱਲ ਹੈ। ਔਰ ਰਾਜਾ ਪਹਿਲਾਂ ਹੋਇਆ, ਰਾਜਾ ਦੂਜਾ ਹੋਇਆ, ਰਾਜਾ ਤੀਜਾ ਹੋਇਆ, ਰਾਜਾ ਚੌਥਾ ਹੋਇਆ। ਚੌਥੇ ਰਾਜੇ ਤੋਂ ਅੱਗੇ ਜਾ ਕੇ ਸਾਰੀ ਸ੍ਰਿਸ਼ਟੀ ਦੀ, ਜਿਸ ਤੋਂ ਜਗਤ ਦਾ ਸਭ ਕੁਝ ਹੋਂਦ ਵਿੱਚ ਆਇਆ, ਜਿਸ ਦੇ ਸਰੀਰ ਉੱਤੇ 1000 ਅੱਖਾਂ ਥੋਬਾ ਦਿੰਦੀਆਂ ਹਨ।
इस जिहड़ा चौथा राजा है इस दे शरीर उत्ते 1000 अखां शोभा दिंदियां हन, जिस दे शरीर उत्ते 1000 पैर मौजूद हैं। मतलब 1000 अखां ते 1000 पैर। कमाल दीयां गल्लां, सुनी जाओ, समझी जाओ। जो शेष नाग दी छेजा उत्ते सौंदा है, ये राजा शेष नाग नाग दी छेजा उत्ते सौंदा है, उसनूं जगत सेख साए शेषशाही कहंदा है। उसने एक कन तो मैल कड्ढी, उस राजा ने एक कन विचों मैल कड्ढी। असी गुरबाणी पढ़ते हैं ना, मात पिता बिन बाल ना होई, हर वीडियो में आना है, बार बार आना। माता दी रक्त ते पिता दे बीरज तो बगैर सृष्टि होंद विच इंसान पैदा होण विच नहीं आउंदे। जानवर भी एवें हुंदे ने, हाँ कुछ गर्मी तो हुंदे ने, जिद्दां जूआं वगैरह ने वो पसीने तो हो जांदियां, पर इंसानां दी गल हो रही है। जिहड़े बंदे ने, इस्त्रियां ने, वो पैदा होने का तरीका मात पिता बिन बाल ना होई, उहदे वास्ते है। तो ये जिहड़ा इत्थे जिहड़ा पैदाइश हो रही है, एक सर्वंट ते मैल नकारा, उसने एक कन विचों मैल कढ़ी, उस तो मद अते कैटब ने शरीर धारण किया। 2 राक्षस पैदा हो गए। सब तो पहला राक्षस पैदा हो, उसने दूजे कन विचों मैल कढ़ी, उस तो ये सारी सृष्टि बनी। होर जो कुछ दुनिया विच है, वो चौथा जिहड़ा राजा शेख साई भी किहनूं कहिंदे ने, ਉਹਦੇ ਕੰਨ ਉਹ ਜਦੋਂ ਕੰਨ ਵਿੱਚੋਂ ਮੈਲ ਕੱਢੀ ਤਾਂ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ, ਬਣ ਗਈ। ਫਿਰ ਕਾਲ ਨੇ ਉਹਨਾਂ ਮੱਧ ਅਤੇ ਕੈਟਵ ਦਾ ਵੱਧ ਕਰ ਦਿੱਤਾ। ਪਹਿਲਾਂ ਉਹਨਾਂ ਨੂੰ ਪੈਦਾ ਕੀਤਾ ਰੱਬ ਨੇ ਜਾਂ ਰਾਜੇ ਨੇ ਜਾਂ ਸ਼ੇਸ਼ ਸਾਈ ਨੇ, ਔਰ ਫਿਰ ਉਹਨੂੰ ਮਾਰ ਦਿੱਤਾ, ਉਹਨਾਂ ਨੂੰ ਮਾਰ ਦਿੱਤਾ। ਖਿਆਲ ਕਰਨਾ, ਇਹ ਸਭ ਕੁਝ ਬਣ ਗਿਆ, ਹਾਲੇ ਧਰਤੀ ਨਹੀਂ ਬਣੀ ਸੀ। और इस लिखारी नूं ये भी पता नहीं कि जिहड़ा समुंदर है वो भी धरती ते ही है। वो कोई 70-71% जिहड़ा हिस्सा धरती का है वो समुंदर है, वो पानी है। 29 पॉइंट समथिंग जिहड़ा वो सिर्फ सुक्की धरती है। तो ये लिखारी औजड़े पिया होया आप, पर साडे वीर कह रहे गुरु गोबिंद सिंह जी ने, माफ़ करना, साडे सतगुरु गुरु गोबिंद सिंह जी एडे भुलक्कड़ नहीं सन कि जिन्हां नूं पता ही नहीं कि समुंदर जिहड़ा वो धरती ते ही है। तो इन्हां ने इस कहानी दे रचनहार ने राजे पैदा कर दिते, धरती पैदा नहीं हुई, प्रजा पैदा नहीं हुई, सृष्टि पैदा नहीं हुई। और फिर उस राजा चौथा राजा जिन्हों शेख साई भी कहते ने, जिहड़ा शेष नाग दी सेज उत्ते सुत्ता पिया सी, उसने कन विचों मैल कड्ढी तो 2 राक्षस पैदा हो गए। दूसरे कन विचों मैल कड्ढी, सारी सृष्टि बन गई। और फिर उसने उस दोनों राक्षसां नूं मार दिता। ते वो जदों उन्हां नूं मारिया, हुण पता नहीं हवा 'च होणगे कि धरती बनी नहीं हाले। हुण आ ख्याल करना। फिर कहिंदे ने उन्हां दी मिज मेद समुंदर विच डिगी। उन्हां राक्षसां दी मिज समुंदर विच डिगी। जब धरती नहीं सी तो समुंदर कित्थे सी? समुंदर इस धरती उत्ते ही है भाई, होर तां किते समुंदर है नहीं। उन्हां दी मिज समुंदर विच डिगी। उसदी चिकनाई जल उत्ते तरदी रही। तद तो धरती दा नाम मेधा कहा जाण लग्या। भाव ये जिहड़ी धरती बनी आ, वो मधु ते कैटव जिहड़े 2 राक्षस सन, दैंत सन, उन्हां नूं जदों मारिया, उन्हां दी मिज लहू जिहड़ा वो डिग्या समुंदर 'च, वो समुंदर दे उत्ते तर गई। इस करके इसनूं मेधा कहंदे ने। उस तो धरती बन गई। हुण असी एक बहुत ही सुंदर गल जिहड़ी आपां होर सांझी करनी आ, क्योंकि जदों असी कोई भी किसी भी रचना नूं अपने किसी सतगुरु नाल जोड़ते हाँ, ਉਹਦੀਆਂ ਮੈਰਿਟਸ ਡੀਮੈਰਿਟਸ, ਉਹਦਾ ਨਫਾ ਨੁਕਸਾਨ ਸਾਡੇ ਸਤਿਗੁਰਾਂ ਦੇ ਸਿਰ ਪੈਂਦਾ।
जे ਉਹਦੇ ਵਿੱਚ ਕੋਈ ਗਲਤੀ ਹੋਈ ਹੈ, ਜੇ ਭੁੱਲ ਹੋਈ ਹੈ, ਇਹਦਾ ਮਤਲਬ ਉਹ ਸਾਡੇ ਸਤਿਗੁਰੂ ਭੁੱਲਣ ਵਾਲੇ ਸਨ। ਉਹ ਗਲਤੀਆਂ ਦੇ ਕਰਨ ਵਾਲੇ ਸਨ, ਗਲਤੀਆਂ ਦੇ ਪੁਤਲੇ ਸਨ। ਉਹ ਸੱਚੋ ਹੀ ਸੱਚ ਨਹੀਂ ਸਨ। ਉਹਨਾਂ ਨੂੰ ਸਮਝ ਨਹੀਂ ਸੀ, ਉਹਨਾਂ ਨੂੰ ਗਿਆਨ ਨਹੀਂ ਸੀ। ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਪਾਣੀ ਉੱਤੇ ਉਹ ਚੀਜ਼ ਤਰਦੀ ਹੈ ਜਿਹੜੀ ਪਾਣੀ ਨਾਲੋਂ ਹਲਕੀ ਹੁੰਦੀ ਹੈ। ਇਹ ਸਪੈਸੀਫਿਕ ਗ੍ਰੈਵਿਟੀ ਜਿਹੜੀ ਜਿਸ ਚੀਜ਼ ਦੀ ਜ਼ਿਆਦਾ ਹੁੰਦੀ ਹੈ, ਉਹ ਚੀਜ਼ ਪਾਣੀ ਉੱਤੇ ਨਹੀਂ ਤਰ ਸਕਦੀ। ਉਸਨੇ ਪਾਣੀ ਵਿੱਚ ਡੁੱਬਣਾ ਹੈ। ਪਾਣੀ ਦੇ ਉੱਤੇ ਚੀਜ਼ ਤਰ ਹੋ ਸਕਦੀ ਹੈ ਜਿਹਦੀ ਸਪੈਸੀਫਿਕ ਗ੍ਰੈਵਿਟੀ ਪਾਣੀ ਨਾਲੋਂ ਘੱਟ ਹੋਵੇ। ਮੈਂ ਉਹ ਸਾਰੀ ਰਿਸਰਚ ਕੀਤੀ ਹੈ ਅਤੇ ਮੈਨੂੰ ਕੀ ਲੱਭਿਆ ਕਿ ਜਿਹੜਾ ਪਾਣੀ ਹੈ ਉਹ 4 ਡਿਗਰੀ ਸੈਂਟੀਗ੍ਰੇਡ 'ਤੇ ਹੁੰਦਾ, ਉਹ 1 ਹੁੰਦਾ, ਉਹਦੀ ਸਪੈਸੀਫਿਕ ਗ੍ਰੈਵਿਟੀ 1 ਹੁੰਦੀ ਹੈ। ਔਰ ਜਿਹੜੀ 20 ਡਿਗਰੀ 'ਤੇ ਜਿਹੜੀ ਹੈ ਪਾਣੀ ਦੀ ਸਪੈਸੀਫਿਕ ਗ੍ਰੈਵਿਟੀ ਹੁੰਦੀ ਹੈ 0.9982 ਔਰ 40 ਡਿਗਰੀ ਸੈਂਟੀਗ੍ਰੇਡ 'ਤੇ ਵੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੁੰਦੀ ਹੈ ਪਾਣੀ ਦੀ ਉਹ 0.9922 ਹੁੰਦੀ ਹੈ। ਅਤੇ ਇਸ ਤਰ੍ਹਾਂ ਕਰਕੇ ਪਾਣੀ ਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈ ਉਹ ਖੂਨ ਨਾਲੋਂ ਘੱਟ ਹੈ। ਅਤੇ ਖੂਨ ਅਤੇ ਮਿੱਝ ਪਲਾਜ਼ਮਾ ਜਿਹਨੂੰ ਕਹਿੰਦੇ ਨੇ, ਉਹਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈ ਉਹ ਹੈਗੀ ਐਵਰੇਜ ਹੈ 1.0621 ਅਤੇ ਜਿਹੜੀ ਉਹਨਾਂ ਦਾ ਰੇਂਜ ਹੈ ਉਹ ਹੈ 1.0652 1.0652 ਤੋਂ ਲੈ ਕੇ 1.0590 ਭਾਵ ਇਹਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈ ਘਣਤਾ ਹੈ ਉਹ ਪਾਣੀ ਨਾਲੋਂ ਜ਼ਿਆਦਾ ਹੈ। ਅਗਰ ਮੰਨ ਲਓ ਕਿ ਵਾਕਈ ਹਵਾ ਦੇ ਵਿੱਚ ਮਧੂ ਅਤੇ ਕੈਟਵ ਨੂੰ ਰੱਬ ਨੇ ਮਾਰ ਦਿੱਤਾ, ਕਾਲ ਨੇ ਵੱਧ ਕਰ ਦਿੱਤਾ, ਉਸ ਰਾਜੇ ਨੇ ਮਾਰ ਦਿੱਤਾ, ਤਾਂ ਉਸ ਦੀ ਮਿੱਝ ਅਤੇ ਲਹੂ ਜਿਹੜਾ ਹੈ ਉਸ ਨੇ ਪਾਣੀ ਦੇ ਥੱਲੇ ਚਲੇ ਜਾਣਾ ਸੀ। ਪਾਣੀ ਨੇ ਉੱਤੇ ਆ ਜਾਣਾ ਸੀ ਤਾਂ ਧਰਤੀ ਕਿਵੇਂ ਬਣ ਜਾਂਦੀ। ਪਰ ਕਿਉਂਕਿ ਸਾਨੂੰ ਦਿਮਾਗੀ ਪੱਖੋਂ ਇਹ ਲਿਖਾਰੀਆਂ ਨੇ, ਇਹਨਾਂ ਗ੍ਰੰਥਾਂ ਨੇ ਖੋਖਲਾ ਕਰ ਦਿੱਤਾ, ਇਸ ਕਰਕੇ ਅਸੀਂ ਇਸ ਜਿਹੀਆਂ ਅਣਹੋਣੀਆਂ ਗੱਲਾਂ ਨੂੰ ਮੰਨਣ ਲੱਗ ਗਏ, ਸਾਡੇ ਦਿਮਾਗਾਂ ਵਿੱਚ ਪਾ ਦਿੱਤੀਆਂ ਗਈਆਂ। ਪਰ ਅੱਜ ਸਾਇੰਸ ਦਾ ਯੁੱਗ ਹੈ, ਕੋਈ ਵੀ ਬੰਦਾ ਸਰਚ ਕਰਕੇ ਗੂਗਲ 'ਤੇ ਸਰਚ ਮਾਰ ਕੇ ਲੱਭ ਸਕਦਾ ਹੈ ਕਿ ਜਿਹੜੀ ਮਿੱਝ ਹੈ ਅਤੇ ਜਿਹੜੀ ਪਲਾਜ਼ਮਾ ਜਿਹੜਾ ਖੂਨ ਹੈ, ਇਸ ਦੀ ਜੋ ਘਣਤਾ ਹੈ ਉਹ ਪਾਣੀ ਨਾਲੋਂ ਭਾਰੀ ਹੈ। ਅਤੇ ਜਿਹੜੀ ਭਾਰੀ ਚੀਜ਼ ਹੈ ਪਾਣੀ ਵਿੱਚ ਡੁੱਬ ਜਾਂਦੀ ਹੈ। ਸਾਨੂੰ ਪਤਾ ਹੈ ਕਿ ਬਰਫ਼ ਪਾਣੀ ਤੋਂ ਹੀ ਬਣਦੀ ਹੈ, ਪਰ ਉਸ ਦੀ ਘਣਤਾ ਘਟ ਜਾਂਦੀ ਹੈ, ਉਹ ਹਲਕੀ ਹੋ ਜਾਂਦੀ ਹੈ। ਉਹੀ ਪਾਣੀ ਤੋਂ ਬਣੀ ਹੋਈ ਬਰਫ਼ ਪਾਣੀ ਉੱਤੇ ਤਰਦੀ ਹੈ। ਪਰ ਜਿਹੜੀ ਮਿੱਝ ਹੈ, ਉਹ ਜਿਹੜਾ ਖੂਨ ਹੈ, ਇਹਦੀ ਘਣਤਾ ਪਾਣੀ ਨਾਲੋਂ ਜ਼ਿਆਦਾ ਹੈ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕੋਈ ਵੀ ਸਰਚ ਕਰਕੇ ਦੇਖ ਸਕਦਾ। ਹੁਣ ਇੱਕ ਪਾਸੇ ਗੁਰਬਾਣੀ ਇਹ ਕਹਿ ਰਹੀ ਸਾਨੂੰ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਵੀ ਉਸ ਸ੍ਰਿਸ਼ਟੀ ਦੀ ਰਚਨਾ ਦਾ ਅਸੀਂ ਲੇਖਾ ਨਹੀਂ ਕਰ ਸਕਦੇ, ਅਸੀਂ ਨਹੀਂ ਦੱਸ ਸਕਦੇ ਕਦੋਂ ਕਿਵੇਂ ਪੈਦਾ ਹੋਈ। ਪਰ ਇਹ ਲਿਖਾਰੀ ਗੁਰਬਾਣੀ ਨੂੰ ਰੱਦ ਕਰਦਾ ਹੋਇਆ ਇਹ ਕਹਿੰਦਾ ਕਿ ਮੈਂ ਦੱਸਦਾ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ। ਮੰਨ ਲਓ ਜਪਜੀ ਸਾਹਿਬ 'ਚ ਜਿਹੜਾ ਅਸੀਂ ਸਾਰਾ ਕੁਝ ਪੜ੍ਹਿਆ ਨਾ, ਇਸ ਨੇ ਰੱਦ ਕਰ ਦਿੱਤਾ। ਤੋ ਉੱਥੇ ਇਹ ਲਿਖਿਆ ਸੀ ਜਾਂ ਕਰਤਾ, ਕਿਹਨੂੰ ਪਤਾ? ਕਹਿੰਦੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਜਿਸ ਨੇ ਇਹ ਸਭ ਕੁਝ ਬਣਾਇਆ ਹੈ ਉਸ ਨੂੰ ਪਤਾ ਹੈ, ਮੈਂ ਨਹੀਂ ਦੱਸ ਸਕਦਾ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਮੈਨੂੰ ਨਹੀਂ ਪਤਾ। ਪਰ ਇਸ ਗ੍ਰੰਥ ਦਾ ਲਿਖਾਰੀ ਸਾਡੇ ਵਿਦਵਾਨਾਂ ਨੇ, ਸਾਡੇ ਸਿੱਖਾਂ ਨੇ ਕਹਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਇਹਦਾ ਮਤਲਬ
ਇਹ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਤਾ ਨਹੀਂ ਸੀ ਕਿ ਸ੍ਰਿਸ਼ਟੀ ਕਿਵੇਂ ਹੋਂਦ ਵਿੱਚ ਆਈ, ਧਰਤੀ ਕਿਵੇਂ ਬਣੀ, ਇਹ ਪਸਾਰਾ ਕਿਵੇਂ ਹੋਇਆ। ਪਰ ਇਸ ਸਮੇਂ 10ਵੇਂ ਪਾਤਸ਼ਾਹ ਤੱਕ ਆਉਂਦਿਆਂ ਉਹਨਾਂ ਨੂੰ ਪਤਾ ਲੱਗਾ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਦਾ ਗਿਆਨ ਥੋੜ੍ਹਾ ਸੀ। ਮੈਂ ਨਹੀਂ ਕਹਿ ਰਿਹਾ, ਮੇਰੀ ਜੀਭ ਜਲ ਜਾਏ ਜੇ ਮੈਂ ਕਹਾਂ ਇਹ ਇਸ ਗ੍ਰੰਥ ਦਾ ਲਿਖਾਰੀ ਕਹਿ ਰਿਹਾ ਕਿ ਉਦੋਂ ਉਹਨਾਂ ਨੂੰ ਤਾਂ ਪਤਾ ਨਹੀਂ। ਉਹਨੇ ਕਹਿਤਾ ਮੈਨੂੰ ਪਤਾ ਨਹੀਂ ਵੀ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਇਹ ਲਿਖਾਰੀ ਕਹਿ ਰਿਹਾ ਕਿ ਮੈਂ ਦੱਸਦਾ ਇੱਦਾਂ ਪੈਦਾ ਹੋਈ, ਇੱਦਾਂ 4 ਰਾਜੇ ਹੋਏ, ਉਹਨਾਂ ਤੋਂ ਮਧੂ ਕੈਟਵ ਹੋਇਆ, ਫਿਰ ਇੱਕ ਕੰਨ 'ਚੋਂ ਮੈਲ ਕੱਢ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਅਤੇ ਇਸ ਤਰ੍ਹਾਂ ਕਰਕੇ ਬਾਅਦ ਦੇ ਵਿੱਚ ਉਹ ਰਾਜੇ, ਜਦੋਂ ਰਾਜੇ ਨੇ ਮਾਰ ਦਿੱਤਾ ਉਹਨਾਂ ਨੂੰ, ਦੈਂਤਾਂ ਨੂੰ, ਉਹਨਾਂ ਦੀ ਮਿੱਝ ਧਰਤੀ ਪਾਣੀ ਉੱਤੇ ਤਰ ਗਈ, ਉਹ ਤੋਂ ਮੇਦਨੀ ਨਾਂ ਪੈ ਗਿਆ, ਧਰਤੀ ਬਣ ਗਈ। ਤਦ ਤੋਂ ਧਰਤੀ ਦਾ ਨਾਂ ਮੇਧਾ ਕਿਹਾ ਜਾਣ ਲੱਗਿਆ। ਜੋ ਪੁਰਸ਼ ਭਲੇ ਸਾਧ ਕਰਮ ਕਰਦਾ ਹੈ ਉਹ ਦੇਵਤਾ ਨਾਂ ਨਾਲ ਜਾਣਿਆ ਜਾਂਦਾ ਹੈ। ਜਿਹੜਾ ਸੰਸਾਰ ਵਿੱਚ ਮਾੜੇ ਕਰਮ ਕਰਦਾ ਹੈ ਸਾਰੇ ਉਹਨਾਂ ਦਾ ਨਾਂ ਦੈਂਤ ਅਸੁਰ ਰੱਖ ਦਿੰਦੇ ਹਨ। ਵਿਸਤਾਰ ਬਹੁਤ ਹੈ, ਕਿੱਥੋਂ ਤੱਕ ਵਿਖਾਣ ਕਰਾਂ, ਕਿਉਂਕਿ ਗ੍ਰੰਥ ਦੇ ਵਧਣ ਦਾ ਬਹੁਤ ਡਰ ਲੱਗਦਾ ਹੈ। ਇਹ ਸਾਰੇ ਮੈਂ ਅਰਥ ਕਰਕੇ ਸੁਣਾ ਰਿਹਾ। ਉਹਨਾਂ ਤੋਂ ਅੱਗੇ ਬਹੁਤ ਰਾਜੇ ਹੋਏ ਜਿਨ੍ਹਾਂ ਨੇ ਦਕਸ਼ ਪ੍ਰਜਾਪਤੀ ਨੂੰ ਪੈਦਾ ਕੀਤਾ। ਉਸ ਦੇ ਘਰ 10,000 ਲੜਕੀਆਂ ਨੇ ਜਨਮ ਲਿਆ। 10,000 ਲੜਕੀਆਂ ਨੇ ਜਨਮ ਲਿਆ, ਜਿਨ੍ਹਾਂ ਵਰਗੀ ਸੁੰਦਰ ਹੋਰ ਕੋਈ ਨਹੀਂ ਲੱਗਦੀ ਸੀ। ਉਦੋਂ ਕਾਲ ਨੇ ਅਜਿਹੀ ਖੇਡ ਵਰਤਾਈ। ਅਕਾਲ ਪੁਰਖ ਨੇ ਨਹੀਂ ਬਈ, ਕਾਲ ਨੇ, ਧਿਆਨ ਦਿੰਦੇ ਜਾਣਾ, ਇੱਥੇ ਅਕਾਲ ਪੁਰਖ ਕਿਤੇ ਨਹੀਂ ਲਿਖਿਆ ਹੋਇਆ, ਕਿ ਉਸ ਨੇ ਸਾਰੀਆਂ ਲੜਕੀਆਂ ਰਾਜਿਆਂ ਨੂੰ ਵਿਆਹ ਦਿੱਤੀਆਂ। ਦੇਖੋ ਗੱਪ ਗਪੌੜ ਜਿੱਧਰ ਮਰਜ਼ੀ ਤੁਰੇ ਫਿਰਦੇ ਆ ਵੀ 10,000 ਲੜਕੀਆਂ ਪੈਦਾ ਹੋ ਗਈਆਂ ਸਾਰੀਆਂ। ਇਹਨਾਂ 10,000 ਰਾਜੇ ਵੀ ਸੀ। ਸ੍ਰਿਸ਼ਟੀ ਦੀ ਰਚਨਾ ਹਾਲੇ ਹੋਈ ਨਹੀਂ, ਇਹ ਰਾਜੇ ਕਿੱਥੋਂ ਆ ਗਏ ਇੰਨੇ ਸਾਰੇ? ਧਰਤੀ ਤਾਂ ਹੁਣੇ ਬਣੀ ਹਾਲੇ। ਮੰਨ ਲਓ ਪੂਰੇ ਗੱਪ। ਬੰਤਾ, ਕਦਰੂ, ਦਿੱਤ, ਅਦਿੱਤ, ਚਾਰੇ ਕਸ਼ਪ ਰਿਸ਼ੀ ਦੇ ਨਾਲ ਕਸ਼ਪ ਰਿਸ਼ੀ ਨੇ ਵਿਆਹ ਲਈਆਂ, ਜਿਨ੍ਹਾਂ ਤੋਂ ਸਾਰੇ ਸੱਪ, ਕਦਰੂ ਤੋਂ ਗਰੁੜ, ਬੰਤਾ ਤੋਂ ਦੇਵਤੇ, ਅਦਿੱਤੀ ਤੋਂ ਅਤੇ ਦੈਂਤ ਦਿੱਤੇ ਤੋਂ ਰਿਸ਼ੀ ਨੇ ਪੈਦਾ ਕਰ ਲਏ। ਅੱਗੇ ਇਹ ਸਾਰਾ ਕੁਝ ਪੈਦਾ ਹੋਇਆ। ਇਹ ਦੇਖ ਲਓ ਸ੍ਰਿਸ਼ਟੀ ਰਚਨਾ। ਉਹਨਾਂ ਬੱਚਿਆਂ ਵਿੱਚੋਂ ਕਿਸੇ ਨੇ ਸੂਰਜ ਦਾ ਰੂਪ ਧਾਰਨ ਕੀਤਾ। ਮੈਂ ਸੂਰਜ ਵੀ ਇਵੇਂ ਪੈਦਾ ਹੋਇਆ, ਠੀਕ ਹੈ। ਜੇ ਉਹਨਾਂ ਦੇ ਵੰਸ਼ ਦੇ ਰਾਜਿਆਂ ਦੇ ਨਾਂ ਸੁਣਾਵਾਂ ਤਾਂ ਕਥਾ ਦੇ ਵਧਣ ਦਾ ਬਹੁਤ ਡਰ ਲੱਗਦਾ ਹੈ। ਉਸ ਸੂਰਜ ਦੇ ਵੰਸ਼ ਵਿੱਚ ਰਘੂ ਨਾਂ ਦਾ ਰਾਜਾ ਹੋਇਆ, ਜਿਸ ਤੋਂ ਜਗਤ ਵਿੱਚ ਰਘੂ ਵੰਸ਼ ਚੱਲਿਆ। ਉਸ ਦਾ ਅਜ ਨਾਂ ਦਾ ਸ੍ਰੇਸ਼ਟ ਪੁੱਤਰ ਪੈਦਾ ਹੋਇਆ, ਮਹਾਰਥੀ, ਜੋ ਮਹਾਰਥੀ ਅਤੇ ਮਹਾਨ ਧਨੁਸ਼ਧਾਰੀ ਸੀ। ਜਦੋਂ ਉਸ ਨੇ ਜੋਗ ਦਾ ਭੇਖ ਲਿਆ ਤਾਂ ਰਾਜ ਪਾਟ ਆਪਣੇ ਪੁੱਤਰ ਦਸ਼ਰਥ ਨੂੰ ਸੌਂਪ ਦਿੱਤਾ। ਉਹ ਵੀ ਮਹਾਨ ਧਨੁਸ਼ਧਾਰੀ ਸੀ। ਉਸ ਨੇ ਆਪਣੀ ਖੁਸ਼ੀ ਨਾਲ 3 ਇਸਤਰੀਆਂ ਨਾਲ ਵਿਆਹ ਕੀਤਾ। ਪਹਿਲੀ ਰਾਣੀ ਕੌਸ਼ਲਿਆ ਨੇ ਰਾਮ ਨਾਂ ਦੇ ਕੁਮਾਰ ਨੂੰ ਜਨਮ ਦਿੱਤਾ। ਬਾਕੀ 2 ਰਾਣੀਆਂ ਕੈਕੇਈ ਅਤੇ ਸੁਮਿਤਰਾ ਨੇ ਭਰਤ, ਲਕਸ਼ਮਣ ਅਤੇ ਸ਼ਤਰੂਘਨ ਨੂੰ ਜਨਮ ਦਿੱਤਾ। ਉਹਨਾਂ ਨੇ ਬਹੁਤ ਚਿਰ ਤੱਕ ਰਾਜ ਕਮਾਇਆ, ਪਰ ਸਮਾਂ ਆਉਣ 'ਤੇ ਦੇਵਲੋਕ ਨੂੰ ਚਲੇ ਗਏ। ਫਿਰ ਸੀਤਾ ਦੇ ਦੋਵੇਂ ਪੁੱਤਰ ਲਵ ਅਤੇ ਕੁਸ਼ ਰਾਜਾ ਬਣੇ ਅਤੇ ਰਾਜ ਪਾਟ ਉਹਨਾਂ ਨੂੰ ਬਹੁਤ ਫਵਿਆ। ਜਦੋਂ ਉਹਨਾਂ ਨੇ ਮਦਰ ਦੇਸ਼ ਪੰਜਾਬ ਦੀਆਂ ਰਾਜਕੁਮਾਰੀਆਂ ਵਿਆਹੀਆਂ ਤਾਂ ਭਾਂਤ-ਭਾਂਤ ਦੇ ਜੱਗ ਕੀਤੇ। ਉੱਥੇ ਪੰਜਾਬ ਵਿੱਚ ਉਹਨਾਂ ਨੇ 2 ਨਗਰ ਵਸਾਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਕਸੂਰ ਅਤੇ ਦੂਜੇ ਦਾ ਨਾਂ ਲਾਹੌਰ, ਲਵਪੁਰਾ, ਲਾਹੌਰਵਾ ਪਿਆ। ਉਹ ਦੋਵੇਂ ਨਗਰ ਬਹੁਤ ਸ਼ੋਭਾਸ਼ਾਲੀ ਸਨ।
ਜਿਨ੍ਹਾਂ ਨੂੰ ਵੇਖ ਕੇ ਲੰਕਾ ਅਤੇ ਅਮਰਾਵਤੀ ਇੰਦਰਪੁਰੀ ਵੀ ਲਿਜਾਂਦੀਆਂ ਸਨ। ਉਹਨਾਂ ਦੋਹਾਂ ਨੇ ਬਹੁਤ ਸਮਾਂ ਤੱਕ ਰਾਜ ਕੀਤਾ। ਜਾਲ ਕਾਲ ਤੇ ਅੰਤ ਫਸਾਇਓ, ਪਰ ਅੰਤ ਵਿੱਚ ਜਾਲ ਨੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਉਹਨਾਂ ਦੇ ਜੋ ਪੁੱਤਰ ਪੋਤਰੇ ਹੋਏ ਉਹ ਵੀ ਇਸ ਜਗਤ ਵਿੱਚ ਰਾਜ ਕਰਦੇ ਰਹੇ। ਕਿੱਥੋਂ ਤੱਕ ਉਹਨਾਂ ਦੇ ਹਾਲ ਦਾ ਵਰਣਨ ਕਰਕੇ ਸੁਣਾਵਾਂ। ਉਹਨਾਂ ਦੇ ਨਾਵਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਚੌਹਾਂ ਯੁੱਗਾਂ ਵਿੱਚ ਜੋ ਰਾਜੇ ਹੁੰਦੇ ਆਏ ਉਹਨਾਂ ਦੇ ਨਾਂ ਗਿਣਾਏ ਨਹੀਂ ਜਾ ਸਕਦੇ। ਜੇ ਹੁਣ ਤੇਰੀ ਕਿਰਪਾ ਨਾਲ ਵੱਲ ਪ੍ਰਾਪਤ ਕਰਾਂ ਤਾਂ ਉਹਨਾਂ ਦੇ ਨਾਂ ਜਥਾ ਬੁੱਧੀ ਆਖ ਸੁਣਾਵਾਂ। ਕਾਲਕੇਤ ਅਤੇ ਕਾਲ ਰਾਏ ਦੇ ਨਾਂ ਲੈਂਦਾ ਹਾਂ। ਪਹਿਲਾਂ ਕੀ ਰਾਜੇ ਕਿਹੜੇ ਹੋਏ? ਕਾਲਕੇਤ ਤੇ ਕਾਲ ਰਾਏ, ਜਿਨ੍ਹਾਂ ਦੇ ਘਰ ਅਣਗਿਣਤ ਪੁੱਤਰ ਪੈਦਾ ਹੋਏ। ਕਾਲਕੇਤ ਬਹੁਤ ਬਲਵਾਨ ਹੋਇਆ, ਜਿਸ ਨੇ ਕਾਲ ਰਾਏ ਨੂੰ ਨਗਰ ਤੋਂ ਕੱਢ ਦਿੱਤਾ। ਉੱਥੋਂ ਉਹ ਭੱਜ ਕੇ ਸਨੌੜ ਦੇਸ਼ ਨੂੰ ਚਲਿਆ ਗਿਆ ਅਤੇ ਉੱਥੋਂ ਦੀ ਰਾਜਕੁਮਾਰੀ ਨਾਲ ਉਸ ਦਾ ਵਿਆਹ ਹੋਇਆ। ਉਸ ਰਾਜਕੁਮਾਰੀ ਤੋਂ ਘਰ ਵਿੱਚ ਜੋ ਪੁੱਤਰ ਪੈਦਾ ਹੋਇਆ ਉਸ ਦਾ ਨਾਂ ਸੋਢੀ ਰਾਏ ਰੱਖਿਆ। ਉਸ ਦਿਨ ਤੋਂ ਸਨੌੜ ਵੰਸ਼ ਚੱਲਿਆ, ਜੋ ਪਰਮ ਪਵਿੱਤਰ ਪੁਰਸ਼ ਪਰਮਾਤਮਾ ਨੇ ਸਾਜਿਆ ਸੀ। ਉਸ ਸੋਢੀ ਰਾਏ ਤੋਂ ਜੋ ਪੁੱਤਰ ਪੋਤਰੇ ਹੁੰਦੇ ਆਏ ਉਹ ਸਭ ਜਗਤ ਵਿੱਚ ਸੋਢੀ ਅਖਵਾਏ। ਜਗਤ ਵਿੱਚ ਉਹ ਬਹੁਤ ਪ੍ਰਸਿੱਧ ਹੋ ਗਏ ਅਤੇ ਉਹਨਾਂ ਦੇ ਘਰ ਦਿਨੋਂ ਦਿਨ ਧਨ ਦਾ ਵਾਧਾ ਹੁੰਦਾ ਰਿਹਾ। ਉਹਨਾਂ ਨੇ ਅਨੇਕ ਤਰ੍ਹਾਂ ਨਾਲ ਰਾਜ ਕੀਤਾ ਅਤੇ ਦੇਸ਼ ਦੇਸ਼ਾਂਤਰਾਂ ਦੇ ਰਾਜੇ ਜਿੱਤ ਲਏ। ਜਿੱਥੇ ਕਿੱਥੇ ਉਹਨਾਂ ਨੇ ਧਰਮ ਦਾ ਵਿਸਤਾਰ ਕੀਤਾ ਅਤੇ ਸਿਰ ਉੱਤੇ ਛਤਰ ਝੁਲਵਾਇਆ। ਉਹਨਾਂ ਨੇ ਬਹੁਤ ਵਾਰ ਰਾਜੂਸ ਜੱਗ ਕੀਤੇ ਅਤੇ ਦੇਸ਼ਾਂ ਦੇ ਸਵਾਮੀਆਂ ਰਾਜਿਆਂ ਨੂੰ ਜਿੱਤ ਲਿਆ। ਉਹਨਾਂ ਨੇ ਬਹੁਤ ਵਾਰ ਅਸ਼ਮੇਧ ਜੱਗ ਵੀ ਕੀਤੇ ਅਤੇ ਆਪਣੇ ਕੁਲ ਦੇ ਸਾਰੇ ਪਾਪ ਨਸ਼ਟ ਕਰ ਦਿੱਤੇ। ਫਿਰ ਉਹਨਾਂ ਦੀ ਵੰਸ਼ ਵਿੱਚ ਝਗੜਾ ਬਹੁਤ ਵੱਧ ਗਿਆ। ਅੱਜ ਦੀ ਵੀਡੀਓ ਅਸੀਂ ਇੱਥੋਂ ਤੱਕ ਬਣਾਵਾਂਗੇ। ਅਸਲ ਵਿੱਚ ਇਹ ਸਾਰਾ ਕੁਝ ਦੱਸਣ ਦਾ ਮਤਲਬ ਕੀ ਹੈ ਕਿ ਇਸ ਗ੍ਰੰਥ ਦਾ ਕਰਤਾ ਜਿਹੜਾ ਕਿ ਸਾਡੇ ਵੀਰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਹਨ, ਤਾਂ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗ੍ਰੰਥ ਦਾ ਕਰਤਾ ਬਣਾਵਾਂਗੇ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲਣਹਾਰ ਭੁਲੱਕੜ ਸਿੱਧ ਕਰਾਂਗੇ, ਕਿਉਂਕਿ ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਮੰਨੀ ਅਤੇ ਨਾ ਹੀ ਇਹ ਕੋਈ ਤਰੀਕਾ ਹੈ ਕਿ ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਹੋਈ। ਨਾ ਹੀ ਸਾਇੰਸ ਸਿੱਧ ਕਰਦੀ ਹੈ ਕਿ ਇਸੇ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਹੋਈ। ਪਰ ਅਸੀਂ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਕੇ ਉਹਨਾਂ ਦੀ ਵਡਿਆਈ ਨਹੀਂ ਕਰ ਰਹੇ, ਹੇਠੀ ਕਰ ਰਹੇ ਹਾਂ। ਜਿਹੜਾ ਅੱਜ ਸਮਾਜ ਵਿੱਚ ਇਹ ਚੱਲਦਾ ਹੈ ਨਾ ਕਿ ਸਿੱਖ ਲਵ ਕੁਸ਼ ਦੀ ਔਲਾਦ ਹੈ, ਉਸ ਸਭ ਕੁਝ ਦਾ ਆਧਾਰ ਜੜ ਆਹ ਗ੍ਰੰਥ ਹੈ। ਕਿਉਂਕਿ ਰਾਮ ਚੰਦਰ ਦੀ ਕੁੱਲ ਵਿੱਚੋਂ ਅਸੀਂ ਸਾਰਾ ਇਤਿਹਾਸ ਅੱਗੇ ਅੱਗੇ ਲਿਜਾ ਰਹੇ ਹਾਂ। ਅੱਗੋਂ ਫਿਰ ਸੋਢੀ ਅਤੇ ਬੇਦੀ, ਬੇਦੀ ਅਤੇ ਸੋਧੀ ਸਾਰੇ ਇਸ ਵੰਸ਼ ਵਿੱਚੋਂ ਪੈਦਾ ਹੋਣੇ ਆ। ਤਾਂ ਉਦੋਂ ਅਸੀਂ ਬਹੁਤ ਗੁੱਸਾ ਕਰਦੇ ਹਾਂ ਕਿ ਇਹ ਸਾਡੇ ਸਿੱਖ ਧਰਮ ਦੇ ਵਿਰੋਧੀ ਲੋਕ ਸਾਨੂੰ ਇੱਦਾਂ ਕਿਉਂ ਕਹਿੰਦੇ ਹਨ। ਪਰ ਅਸੀਂ ਜੜ ਨੂੰ ਨਹੀਂ ਫੜਦੇ ਕਿ ਭਈ ਉਹਨਾਂ ਦੀ ਕਿਸੇ ਦੀ ਕੀ ਹਿੰਮਤ ਹੈ ਤੁਹਾਨੂੰ ਕੁਝ ਕਹਿ ਦੇਵੇ। ਜੇ ਤੁਸੀਂ ਆਪਣੇ ਡਾਕੂਮੈਂਟ ਵਿੱਚ ਹੀ ਨਾਮ ਗਲਤ ਲਿਖੇ ਨੇ, ਕੋਈ ਆਪਣੇ ਪਿਤਾ ਦਾ ਨਾਮ ਆਪਣੇ ਕਾਗਜ਼ ਪੱਤਰ ਵਿੱਚ ਹੀ ਗਲਤ ਲਿਖ ਦੇਵੇ, ਅਸਲੀ ਪਿਤਾ ਦਾ ਨਾਮ ਨਾ ਲਿਖੇ, ਤਾਂ ਫਿਰ ਕਹੇ ਜੀ ਲੋਕੀ ਮੈਨੂੰ ਤਾਂ ਮੇਰੀ ਬਦਨਾਮੀ ਕਰਦੇ, ਮੇਰਾ ਪਿਓ ਤਾਂ ਫਲਾਨਾ। ਪਰ ਇਹ ਕਹਿੰਦੇ ਮੇਰਾ ਪਿਓ ਫਲਾਨਾ, ਅਗਲਾ ਪੁੱਛੂ ਭਾਈ ਅਸੀਂ ਥੋੜ੍ਹੀ ਕਹਿੰਦੇ ਹਾਂ, ਤੂੰ ਆਪਣੇ ਸਾਰੇ ਸਰਟੀਫਿਕੇਟ ਚੈੱਕ ਕਰ। ਤੇਰੇ ਸਰਟੀਫਿਕੇਟਾਂ ਦੇ ਵਿੱਚ ਜਿਹੜਾ ਨਾਂ ਲਿਖਿਆ ਹੋਇਆ ਹੈ, ਜੇ ਤੂੰ ਆਪਣੇ ਸਰਟੀਫਿਕੇਟਾਂ ਵਿੱਚ ਨਾਂ ਲਿਖ ਸਕਦਾ, ਜਿਹੜਾ ਪੇ ਤੇਰਾ ਨਹੀਂ ਹੈ ਉਸ ਨੂੰ ਆਪਣਾ ਪਿਓ ਲਿਖ ਸਕਦਾ, ਫਿਰ ਸਾਨੂੰ ਕਹਿਣ 'ਤੇ ਤੁਸੀਂ ਗੁੱਸਾ ਕਿਉਂ ਕਰਦਾ? ਤੂੰ ਆਪਣੇ ਸਰਟੀਫਿਕੇਟ ਬਦਲ। ਤੂੰ ਆਪਣਾ ਇੱਕ ਅਖਬਾਰ ਵਿੱਚ ਨਾਮ ਦੇ ਕਿ ਗਲਤੀ ਨਾਲ ਮੇਰੇ ਪਿਤਾ ਜੀ ਦਾ ਨਾਮ ਗਲਤ ਲਿਖਿਆ ਗਿਆ ਸੀ, ਅਸਲ ਵਿੱਚ ਮੇਰੇ ਪਿਤਾ ਜੀ ਦਾ ਨਾਮ ਇਹ ਹੈ, ਅੱਗੇ ਤੋਂ ਮੈਨੂੰ ਇਸ ਨਾਮ ਨਾਲ ਬੁਲਾਇਆ ਜਾਵੇ
ਕਿਸੇ ਦੀ ਕੀ ਜ਼ਰੂਰਤ ਹੈ ਤੁਹਾਨੂੰ ਫਿਰ ਦੁਬਾਰਾ ਤੁਹਾਡੇ ਪਿਤਾ ਜੀ ਦਾ ਦੂਜਾ ਨਾਂ ਬੋਲਣ। ਹੁਣ ਆਪ ਸਭ ਕੁਝ ਤੁਸੀਂ ਆਪਣੇ ਕਾਗਜ਼ਾਂ 'ਚ ਆਪਣੇ ਪਿਤਾ ਜੀ ਦਾ ਨਾਂ ਗਲਤ ਭਰ ਲਓ ਔਰ ਫਿਰ ਲੋਕਾਂ ਨਾਲ ਲੜਾਈ ਕਰੋ ਕਿ ਤੁਸੀਂ ਮੈਨੂੰ ਗਾਲਾਂ ਕਿਉਂ ਕੱਢਦੇ ਹੋ, ਮੇਰਾ ਪਿਓ ਤਾਂ ਫਲਾਨਾ। ਇਸੇ ਤਰ੍ਹਾਂ ਸਿੱਖਾਂ ਨਾਲ ਹੋ ਰਿਹਾ। ਇਹ ਸਾਰੇ ਗ੍ਰੰਥਾਂ ਨੂੰ ਤਾਂ ਆਪਣੇ ਕਲਾਵੇ ਵਿੱਚ ਲਈ ਫਿਰਦੇ ਨੇ, ਜਿਹੜੇ ਗ੍ਰੰਥ ਇਹਨਾਂ ਦੀ ਇਨਸਲਟ ਕਰਦੇ ਨੇ, ਗੁਰੂ ਸਾਹਿਬਾਨ ਦੀ ਤੋਹੀਨ ਕਰਦੇ ਨੇ। ਫਿਰ ਕਹਿੰਦੇ ਨੇ ਵੀ ਦੂਜੇ ਲੋਕ ਸਾਡੇ ਧਰਮ ਵਿੱਚ ਦਖਲ ਦਿੰਦੇ ਨੇ, ਦੂਜੇ ਲੋਕ ਸਾਡੇ ਗੁਰੂ ਸਾਹਿਬਾਨ ਬਾਰੇ ਗਲਤ ਬੋਲਦੇ ਨੇ। ਭਾਈ ਕੋਈ ਗਲਤ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ ਜੇ ਅਸੀਂ ਆਪਣਾ ਘਰ ਸੁਧਾਰ ਲਵਾਂਗੇ। ਇਹ ਕਹਾਣੀ ਤੁਸੀਂ ਦੇਖੋ, ਇਸ ਕਹਾਣੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਹਿਲੇ 9 ਗੁਰੂ ਪਾਤਸ਼ਾਹ ਦੇ ਸਾਰੇ ਜੀਵਨ ਨੂੰ, ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਸਾਰਿਆਂ ਨੂੰ ਕਲੰਕਿਤ ਕਰਨਾ, ਸਾਰਿਆਂ ਦੀ ਬੇਰੋਮਤੀ ਕਰਨੀ ਆ, ਇਨਸਲਟ ਕਰਨੀ ਆ, ਉਹਨਾਂ ਨੂੰ ਅਗਿਆਨੀ ਸਿੱਧ ਕਰਨਾ, ਹਰ ਗੱਲ ਦੇ ਉੱਤੇ ਅਗਿਆਨੀ ਸਿੱਧ ਕਰਨਾ। ਜਿਵੇਂ ਮੈਂ ਦੱਸਿਆ ਵੀ ਲਹੂ ਤੇ ਮਿੱਝ ਜਿਹੜਾ ਉਹ ਪਾਣੀ ਉੱਤੇ ਤਰਦਾ ਨਹੀਂ, ਉਹ ਪਾਣੀ ਵਿੱਚ ਡੁੱਬ ਜਾਂਦਾ, ਕਿਉਂਕਿ ਉਹਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈ ਪਾਣੀ ਨਾਲੋਂ ਵੱਧ ਹੁੰਦੀ ਹੈ। ਅਤੇ ਇਸ ਤਰ੍ਹਾਂ ਕਰਕੇ ਹਰ ਚੀਜ਼ ਨੂੰ ਅਸੀਂ ਸਮਝਣਾ ਹੈ। ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ। ਵਿਚਾਰ ਕਰਦੇ ਹਾਂ, ਖੋਜ ਹੈ, ਖੋਜ ਦਾ ਕੋਈ ਅੰਤ ਨਹੀਂ ਹੁੰਦਾ। ਅੱਜ ਮੈਂ ਕੁਝ ਖੋਜ ਕਰਕੇ ਸਮਝ ਕੇ ਸਮਝਾ ਰਿਹਾ, ਦੱਸ ਰਿਹਾ। ਕੱਲ੍ਹ ਨੂੰ ਕੋਈ ਮੇਰੇ ਤੋਂ ਸਿਆਣਾ ਆ ਕੇ ਤਾਂ ਹੋਰ ਕੋਈ ਸੁਚੱਜੇ ਢੰਗ ਨਾਲ ਦੱਸ ਸਕਦਾ। ਇਹਦੇ ਵਿੱਚ ਅਸੀਂ ਕੋਈ ਗਿਲਾ ਸ਼ਿਕਵਾ ਨਹੀਂ ਰੱਖਣਾ, ਕਿਸ ਤਰ੍ਹਾਂ ਦਾ ਅਸੀਂ ਗੁੱਸਾ ਨਹੀਂ ਮਨ ਵਿੱਚ ਲਿਆਉਣਾ, ਗੱਲ ਨੂੰ ਸਮਝਣਾ। ਜੇ ਕਿਸੇ ਨੂੰ ਹੋਰ ਤਰ੍ਹਾਂ ਸਮਝ ਆਉਂਦੀ ਹੈ ਉਹ ਵੀ ਸਮਝਾ ਦੇਵੇ ਵੀ ਕੀ ਹੈ। ਵੀ ਜਦੋਂ ਉੱਤੇ ਪਾਤਸ਼ਾਹੀ 10ਵੀਂ ਲਿਖਿਆ ਹੋਇਆ ਅਤੇ ਫਿਰ ਹਰ ਸਿੱਖ ਨੇ ਵਿਚਾਰਨਾ ਤਾਂ ਹੈ ਨਾ ਕਿ ਸਾਡੇ ਸਤਿਗੁਰੂ ਇਵੇਂ ਕਰ ਸਕਦੇ ਆ। ਕਿ ਸਾਡੇ ਸਤਿਗੁਰੂ ਨੂੰ ਇਹ ਪਤਾ ਨਹੀਂ ਸੀ ਕਿ ਖੂਨ ਜਿਹੜਾ ਮਿੱਝ ਜਿਹੜੀ ਆ ਉਹ ਪਾਣੀ ਨਾਲੋਂ ਭਾਰੀ ਹੁੰਦੀ ਹੈ। ਉਹਨਾਂ ਨੂੰ ਨਹੀਂ ਸੀ ਪਤਾ, ਉਹਨਾਂ ਨੂੰ ਸਭ ਪਤਾ ਸੀ। ਉਹ ਇੱਦਾਂ ਲਿਖਦੇ ਹੀ ਨਹੀਂ, ਕਿਉਂਕਿ ਉਹਨਾਂ ਦੇ ਨਾਂ 'ਤੇ ਲਿਖ ਦਿੱਤਾ, ਅਸੀਂ ਲਈ ਫਿਰਦੇ ਹਾਂ। ਆਓ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ। ਆਓ ਭੁੱਲਾਂ ਚੁੱਕਾਂ ਦੀ ਮਾਫੀ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।